ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਣਬੀਰ ਸਿੰਘ ਰਾਣਾ। ਕਿਸਾਨੀ ਅੰਦੋਲਨ ਜਾਰੀ ਹੈ, ਪਰ ਇਸ ਦੇ ਵਿਚਾਲੇ ਵੱਡੀ ਖਬਰ ਹੈ ਕਿ NIA ਦੇ ਵੱਲੋਂ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਨੋਟਿਸ ਭੇਜੇ ਜਾ ਰਹੇ ਨੇ, ਪਰਚੇ ਦਰਜ ਕੀਤੇ ਜਾ ਰਹੇ ਨੇ। ਇਸੇ ਦੇ ਵਿਚਕਾਰ ਦੀਪ ਸਿੱਧੂ ਹੋਰਾਂ ਦੇ ਭਰਾ ਮਨਦੀਪ ਸਿੱਧੂ ਤੇ ਜੁਆਪਾ ਲਾ ਦਿੱਤੀ ਗਈ ਹੈ। ਗੱਲਬਾਤ ਕਰਾਂਗੇ ਦੀਪ ਸਿੱਧੂ ਜੀ, ਕੀ ਜਾਣਕਾਰੀ ਜਿਹੜੀ ਸਾਹਮਣੇ ਆ ਰਹੀ ਹੈ ਕਿ ਤੁਹਾਡੇ ਭਰਾ ਨੇ ਮਨਦੀਪ ਸਿੱਧੂ ਉਹਨਾਂ ਤੇ ਜੁਆਪਾ ਲਾਈ ਗਈ, ਕੀ ਇਨਫੋਰਮੇਸ਼ਨ ਹੈ? ਪਹਿਲਾਂ ਤਾਂ ਇਨਫੋਰਮੇਸ਼ਨ ਜੀ, ਪਹਿਲਾਂ ਤਾਂ ਫੋਨ ਆਇਆ ਦਿੱਲੀੋਂ ਵੀ ਤੁਸੀਂ ਦਿੱਲੀ ਆਓ ਤੇ ਇਨਵੈਸਟੀਗੇਸ਼ਨ ਆ ਤੇ ਤੁਹਾਡੇ ਤੇ ਕੇਸ ਆ, ਜੁਆਇਨ ਕਰੋ ਆ ਕੇ। ਉਹ ਕਹਿੰਦੇ ਜੀ ਮੈਨੂੰ ਫੋਨ ਤੇ ਮੈਂ ਕਿਵੇਂ ਜੁਆਇਨ ਕਰਾਂ, ਕਿਉਂਕਿ ਉਹ ਆਪ ਵਕੀਲ ਆ, ਤੇ ਕਹਿੰਦੇ ਵੀ ਤੁਸੀਂ ਜਾਂ ਤਾਂ ਕੋਈ ਰਿਟਨ ਤੁਹਾਡਾ ਕੋਈ ਸਮਨ ਹੋਵੇ। ਉਹ ਕਹਿੰਦੇ ਹਾਂਜੀ ਭੇਜਾਂਗੇ ਤੁਹਾਨੂੰ। ਫਿਰ ਉਹਨਾਂ ਨੂੰ ਰਿਟਨ ਸਮਨ ਵੀ ਭੇਜਤਾ। ਤਾਂ ਜਿਹੜਾ ਹਜੇ ਤਾਂ ਉਹਨਾਂ ਨੇ ਫੋਨ ਤੇ ਹੀ ਭੇਜਿਆ ਤੇ ਉਹ ਕਹਿੰਦੇ ਪੋਸਟ ਵੀ ਕਰਤਾ ਅਸੀਂ, ਤੇ ਉਹਦੇ ਚ IPC ਜਿਹੜੀਆਂ ਇੰਡੀਅਨ ਪੀਨਲ ਕੋਡ ਆ ਉਹਦੀਆਂ ਕੁਛ ਧਾਰਾਵਾਂ ਨਾਲ UAPA ਦੀਆਂ ਧਾਰਾਵਾਂ। ਸੋ ਇਹ ਪ੍ਰੈਸ਼ਰ ਟੈਕਟਿਕਸ ਆ ਹਨਾ। ਜੇ ਅੱਜ ਮੇਰੇ ਤੇ ਸਿੱਧੇ ਆਉਂਦੇ ਤਾਂ ਇਹ ਹੁੰਦਾ ਵੀ ਗੱਲ ਬਣਨੀ ਸੀ ਇੱਕ ਵੀ ਦੀਪ ਤੇ UAPA ਲਾਤਾ ਹਨਾ। ਤੋ ਦੀਪ ਨੂੰ ਹੁਣ ਦਬਾਉਣਾ ਕਿਵੇਂ ਆ, ਉਹਨੂੰ ਚੁੱਪ ਕਿਵੇਂ ਕਰਾਉਣਾ, ਵੀ ਪਰਿਵਾਰ ਨੂੰ ਸਿੱਟੋ। ਨਹੀਂ, ਅਨਲਾਫੁਲ ਐਕਟੀਵਿਟੀਜ਼ ਕਿਹੜੀਆਂ ਅਨਲਾਫੁਲ ਐਕਟੀਵਿਟੀਜ਼? ਫਿਰ ਦੱਸਿਆ ਨਹੀਂ ਕਿਹੜੀਆਂ ਅਨਲਾਫੁਲ ਐਕਟੀਵਿਟੀਜ਼? ਉਹ ਕਹਿੰਦੇ ਜੀ ਇਹਦੀ ਜਿਹੜੀ FIR ਆ ਉਹ ਦਿੱਲੀ ਅਸੀਂ ਦਰਜ ਕਰਤੀ ਆ, ਤੇ 15 ਦਸੰਬਰ ਦੀ ਮੈਨੂੰ ਲੱਗਦਾ ਕੋਈ FIR ਦਰਜ ਆ, ਤੇ ਉਹਦੇ ਅਧੀਨ ਤੁਹਾਨੂੰ ਇਹ ਭੇਜ ਰਹੇ ਆ ਸਾਹਮਣੇ। ਇਹ ਕਿਸੇ ਦੀ ਸ਼ਿਕਾਇਤ ਤੇ ਹੁੰਦਾ ਜਾਂ ਫਿਰ ਆਪਣੇ ਆਪ NIA ਦੇਖਦੀ ਹੈ, ਕੀ ਕਰਦੀ ਹੈ? ਇਹ ਨਾ ਹੁਣ ਇਹਦੇ ਬਾਰੇ ਜਿਹੜਾ ਮੇਰੇ ਖਿਆਲ 'ਚ ਇਹ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਆ ਜਿਹੜੀ, ਉਹਨੇ ਕਿਸੇ ਕੋਈ ਵੀ ਐਕਟੀਵਿਟੀਜ਼ ਦੇ ਆਧਾਰ ਤੇ ਕੋਈ FIR ਉੱਥੇ ਫਾਈਲ ਕੀਤੀ ਹੋਣੀ ਆ। ਕੰਪਲੇਨੈਂਟ ਤਾਂ ਗਵਰਨਮੈਂਟ ਹੀ ਆ ਇਹਦੇ 'ਚ। ਐਕਚੁਅਲੀ ਇਹ ਜਿਹੜੀ ਸਰਕਾਰ ਆ ਨਾ, ਅੱਜ ਦੀ ਜਿਹੜੀ BJP ਸਰਕਾਰ ਆ, ਉਹ ਆਪਦਾ ਇਨਫਲੂਐਂਸ ਯੂਜ਼ ਕਰ ਰਹੀ ਆ, ਤੇ ਇਹ ਸਾਰੇ ਜਿਹੜੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੋਵੇ, ਚਾਹੇ ਇਨਕਮ ਟੈਕਸ ਹੋਵੇ, ਚਾਹੇ ਕੋਈ CBI ਹੋਵੇ, ਇਹਨਾਂ ਨੂੰ ਯੂਜ਼ ਕਰਨਾ। ਮਤਲਬ ਜਿਹੜੇ ਕਿਸਾਨ ਅੰਦੋਲਨ ਦੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ। ਉਹਨਾਂ ਨੂੰ ਟਾਰਗੇਟ ਕੀਤਾ ਨਾ। ਤੁਸੀਂ ਦੇਖੋ ਇੱਥੇ 5 ਬੰਦੇ 6 ਬੰਦੇ ਤਾਂ ਆਪਣੇ ਸਾਹਮਣੇ ਇੱਥੇ ਆਪਣੇ ਤੰਬੂ 'ਚ ਹੀ ਬੈਠੇ ਆ, ਜਿਨ੍ਹਾਂ ਨੂੰ ਨੋਟਿਸਸ ਆਏ ਆ, ਪਰ ਉਹਨਾਂ ਨੂੰ IPC ਦੇ ਨਾਲ ਆਇਆ। ਮਨਦੀਪ ਤੇ UAPA ਐਕਟ ਜ਼ਿਆਦਾ ਵੱਡਾ ਲਾਇਆ ਗਿਆ। ਜਿਹੜਾ UAPA ਆ ਵੱਡਾ ਹੈਗਾ ਇਹ ਬਹੁਤ ਐਕਟ, ਕਿਉਂਕਿ ਪਿੱਛੇ ਜੀ ਸਰਕਾਰ ਨੇ ਲਿਆਂਦਾ, ਬਹੁਤ ਵੱਡਾ ਵਿਰੋਧ ਵੀ ਹੋਇਆ, ਪਹਿਲਾਂ ਬਹੁਤ ਮੁੰਡਿਆਂ ਤੇ ਲਾਈ। ਇਹ ਤੁਹਾਡੇ ਪਰਿਵਾਰ ਨੂੰ ਮਨਦੀਪ ਦਾ ਕੀ ਕੰਮ ਕਰ, ਕੀ ਲਾਇਰ ਨੇ, ਕੀ ਕੰਮ ਕਰਦੇ ਨੇ, ਕਿਵੇਂ ਹੈਗਾ? ਹਾਂਜੀ, ਉਹ ਵਕੀਲ ਆ, ਲੁਧਿਆਣੇ ਪ੍ਰੈਕਟਿਸ ਕਰਦੇ ਆ ਜੀ। ਅੱਛਾ, ਹਾਂਜੀ। ਤੇ ਤੁਸੀਂ ਜਿਹੜਾ ਇੱਥੇ ਨਾਲ ਮੋਰਚੇ ਦੇ ਵਿੱਚੋਂ ਕਦੇ ਇਹਦੇ ਵਿੱਚ ਵੀ ਇਨਵੋਲਵ ਹੁੰਦੇ ਨੇ ਜਾਂ ਇਸ ਘੋਲ ਦੇ ਵਿੱਚ? ਉਹ ਨਹੀਂ, ਦੇਖੋ ਪਰਿਵਾਰ ਜਿਵੇਂ ਆਪਣੇ ਸਾਰਿਆਂ ਦਾ ਇਨਵੋਲਵ ਆ, ਜਿੰਨਾ ਤੁਹਾਡਾ ਪਰਿਵਾਰ ਇਨਵੋਲਵ ਆ ਉਹਨਾਂ ਮੇਰਾ ਇਨਵੋਲਵ ਆ ਹਨਾ। ਪਰ ਇਹਦਾ ਮਤਲਬ ਇਹ ਤਾਂ ਨਹੀਂ ਨਾ ਵੀ ਅਸੀਂ UAPA ਦੇ ਐਕਟ ਅਧੀਨ ਉਹਨਾਂ ਤੇ ਕਾਰਵਾਈ ਕਰੀਏ। ਨਹੀਂ, ਕਿਸ ਦੇ ਕਹੇ ਤੇ ਹੋਈ ਹੈ ਫਿਰ ਇਹ ਤਾਂ ਹੁਣ ਸਰਕਾਰ ਸਿੱਧੀ ਤੌਰ ਤੇ ਇਹਦੇ ਕਹੂਗਾ, ਕੌਣ ਕਹੂਗਾ? ਤਾਂ ਆਪਣਾ ਵਿਰੋਧੀ ਕਰ ਸਕਦਾ। ਇਹ ਵਿਰੋਧੀ ਅੱਜ ਦੀ ਰੇਟ 'ਚ ਸਾਡੀ ਸਰਕਾਰ ਆ। ਸੋ ਜੇ ਸਰਕਾਰ ਨੇ ਅੱਜ ਦਬਾਅ ਪਾਉਣਾ, ਮੇਰੇ ਤੇ ਦਬਾਅ ਪਾਉਣਾ ਬਾਈ, ਤਾਂ ਉਹ ਇਹਨਾਂ ਦੇ ਤਾਂ ਪੁਰਾਣੇ ਟੈਕਟਿਕਸ ਰਹਿੰਦੇ ਆ ਵੀ ਘਰ ਵਾਲਿਆਂ ਨੂੰ ਦੱਬੋ ਹਨਾ, ਇਹਨਾਂ ਦੇ ਜਿਹੜਾ ਸਪੋਰਟ ਸਿਸਟਮ ਆ ਉਹਨੂੰ ਦੱਬੋ। ਤੇ ਜੇ ਇਹਦੇ ਤੇ ਅੱਜ ਕੇਸ ਅਸੀਂ ਦਰਜ ਕਰਾਂਗੇ ਤਾਂ ਉਹਦੀ ਆਵਾਜ਼ ਵੱਡੀ ਹੋਊਗੀ। ਇਹਨਾਂ ਨੂੰ ਦੱਬੋ, ਪ੍ਰੈਸ਼ਰ ਇਹਦੇ ਤੇ ਪਵੇ ਤਾਂ ਕਿ ਇਹ ਚੁੱਪ ਕਰਕੇ ਬਹਿ ਜੇ ਮੁੜ ਕੇ। ਜਿਹੜੇ ਇੱਥੇ ਬੰਦੇ ਤੁਹਾਡੇ ਕੋਲ ਆ ਰਹੇ ਨੇ, ਉਹ ਕੀ ਦੱਸ ਰਹੇ ਨੇ? ਕੀ ਨੋਟਿਸ ਆ ਰਹੇ ਨੇ ਉਹਨਾਂ ਨੂੰ? ਸਾਰਿਆਂ ਨੂੰ ਕੀ ਲਿਖਿਆ ਉਹਨਾਂ ਨੂੰ? ਉਸੇ FIR ਦੇ ਅਧੀਨ ਇਨਵੈਸਟੀਗੇਸ਼ਨ ਦੇ ਨੋਟਿਸਸ ਆ ਰਹੇ ਆ ਹਨਾ। ਪਰ ਉਹਨਾਂ ਨੋਟਿਸਸ 'ਚ ਮੈਨੂੰ ਲੱਗਦਾ ਵੀ ਸਿਰਫ IPC ਇੰਡੀਅਨ ਪੀਨਲ ਕੋਡ ਦੀਆਂ ਧਾਰਾਵਾਂ ਲਾਈਆਂ ਗਈਆਂ, ਜਿਹਦੇ 'ਚ ਸੈਕਸ਼ਨ 120B ਕ੍ਰਿਮੀਨਲ ਕਨਸਪੀਰੇਸੀ ਆ ਜਿਹੜੀ, ਤੇ ਨਾਲ 153A ਇਹ ਲਾਏ ਗਏ ਆ। ਪਰ ਉਹ UAPA ਦਾ ਉਹਦੇ 'ਚ ਕੋਈ ਜ਼ਿਕਰ ਨਹੀਂ ਆ ਹਜੇ ਤੱਕ ਜੋ ਸਾਹਮਣੇ ਆਇਆ। ਤੁਹਾਡੇ ਬ੍ਰਦਰ ਤੇ UAPA ਜ਼ਰੂਰ ਲਾਇਆ ਗਿਆ? ਹਾਂਜੀ। ਤੇ ਜਿਸ ਢੰਗ ਦੇ ਨਾਲ ਹੁਣ ਇਹ ਸਾਹਮਣੇ ਆ ਰਹੇ ਨੇ ਕਿ ਇਹ ਇਸ ਵੇਲੇ ਕਿਉਂ ਆਇਆ, ਕਿ ਇਹ ਸਾਰਾ ਕੁਝ ਕਿਸਾਨੀ ਘੋਲ ਨੂੰ, ਕਿਸਾਨੀ ਅੰਦੋਲਨ ਨੂੰ ਦਬਾਉਣ ਵਾਸਤੇ ਆ ਫਿਰ ਇਹ? ਬਿਲਕੁਲ ਜੀ, ਬਿਲਕੁਲ ਸਿੱਧੇ ਤੌਰ ਤੇ। ਹੁਣ ਤਾਂ ਸਾਡੇ ਤੇ ਉਹਨਾਂ ਨੇ ਹਮਲੇ ਕਰਨੇ ਆ ਨਾ, ਉਹ ਕਿਸੇ ਵੀ ਢੰਗ ਨਾਲ ਕਰਨਗੇ ਹੁਣ ਉਹ ਹਮਲੇ ਹਨਾ। ਸੋ ਉਹ ਹਮਲੇ ਆ ਜਿਹੜੇ ਤੁਸੀਂ ਦੇਖੋ, ਇਹ ਸਾਡੇ ਬੰਦੇ ਵੀ ਚੱਕ ਸਕਦੇ ਆ, ਸਾਡੇ ਤੇ ਕੇਸ ਪਾ ਰਹੇ ਆ ਵੀ ਤੁਸੀਂ 18 ਤਰੀਕ ਨੂੰ ਦਿੱਲੀ ਆਓ। ਸਾਨੂੰ ਇੱਥੋਂ ਪਾਸੇ ਕਿਵੇਂ ਕਰਨਾ, ਕਿਹੜੇ 18 ਨੂੰ, ਮਤਲਬ 26 ਤੋਂ ਪਹਿਲਾਂ ਦਾ ਇਹ ਕੋਸ਼ਿਸ਼ ਹੈ ਨਾ? ਹਾਂਜੀ, 26 ਤੋਂ ਪਹਿਲਾਂ ਇਹੀ ਡਿਫਿਊਜ਼ ਕਰਨਾ ਔਰ ਸਿਚੁਏਸ਼ਨ ਨੂੰ ਡਿਫਿਊਜ਼ ਕਰਨਾ। ਲੋਕਾਂ 'ਚ ਡਰ ਪੈਦਾ ਕਰਨਾ ਚਾਹੁੰਦੇ ਨੇ ਵੀ ਅਸੀਂ ਇਦਾਂ ਵੀ ਕਰ ਸਕਦੇ ਹਾਂ ਸ਼ਾਇਦ। ਸਟੇਟ ਕੰਮ ਹੀ ਐਂ ਕਰਦੀ ਆ ਨਾ ਬਾਈ। ਸਟੇਟ
ਟੈਰਰ ਹੀ ਕ੍ਰੀਏਟ ਕਰਦੀ ਹੈ, ਲੋਕਾਂ ਦੇ ਮਨਾਂ ਨੂੰ ਉਹਨਾਂ ਨੇ ਟੈਰਰ ਦੇ ਅੰਦਰ ਰੱਖਣਾ ਹੁੰਦਾ ਵੀ ਅਸੀਂ ਉਲਝਾ ਲਾਂਗੇ, ਨਹੀਂ ਦਬਾ ਲਾਂਗੇ, ਇਸ ਤਰ੍ਹਾਂ ਦਬਾ ਲੈਣਗੇ ਇਸ ਤਰ੍ਹਾਂ। ਨਹੀਂ, ਇਹ ਅੱਜ ਤੱਕ ਇਸ ਅੰਦੋਲਨ ਦਾ, ਇਸ ਸਾਰੇ ਜਿਹੜਾ ਸਾਡੀ ਐਜੀਟੇਸ਼ਨ ਆ, ਇਹਦਾ ਮੂਲ ਖਾਂਸਾ ਹੀ ਨਹੀਂ ਸਮਝ ਸਕੇ। ਇਹਨਾਂ ਨੂੰ ਹਜੇ ਵੀ ਉਹੀ ਪੁਰਾਣੇ ਜਿਹੜੇ ਨੁਕਤੇ ਆ ਨਾ, ਇਹ ਉਹੀ ਅਜਮਾਉਂਦੇ ਆ, ਉਹਨਾਂ ਤੇ ਹੀ ਫਿਰਦੇ ਆ। ਇਹ ਹਜੇ ਇਸ ਅੰਦੋਲਨ ਦਾ ਖਾਂਸਾ ਹੀ ਨਹੀਂ ਸਮਝ ਸਕੇ ਤੇ ਇਹਦੀ ਇੰਪੋਰਟੈਂਸ ਵੀ ਨਾ ਸਮਝ ਸਕੇ। ਇਹਦੀ ਇੰਪੋਰਟੈਂਸ ਕੋਈ ਸਥਾਨਕ ਨਹੀਂ ਆ, ਇਹ ਗਲੋਬਲ ਆ। ਅੱਛਾ, ਇੱਕ ਹੋਰ ਚੀਜ਼ ਸਾਹਮਣੇ ਆਈ ਹੈ, ਜਿਹੜੇ NIA ਦੇ ਨੋਟਿਸਿਸ ਆਏ ਨੇ, ਕੁਝ ਹੋਰ ਬੰਦਿਆਂ ਨੂੰ ਵੀ ਆਏ ਨੇ, ਕੁਝ ਪੱਤਰਕਾਰਾਂ ਨੂੰ ਵੀ ਆਏ ਨੇ, ਤਾਂ ਉਹਦੇ ਵਿੱਚ ਇਹਨਾਂ ਨੂੰ ਜੋੜਿਆ ਜਾ ਰਿਹਾ SFJ ਦੇ ਨਾਲ, ਬੱਬਰ ਖਾਲਸਾ ਦੇ ਨਾਲ, ਖਾਲਿਸਤਾਨ ਲਿਬਰੇਸ਼ਨ ਫੋਰਸ, ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ। ਇਹ ਵੀ ਕਿਹਾ ਜਾ ਰਿਹਾ ਕਿ ਫੰਡਿੰਗ ਹੋਈ ਹੈ। ਮਤਲਬ ਇਹ ਜਿਹੜਾ ਕਿਵੇਂ ਫਿਰ ਚੀਜ਼ਾਂ ਜਿਹੜੀਆਂ ਨੇ ਕਿਵੇਂ ਸਾਬਤ ਹੋਣਗੀਆਂ, ਕੀ ਕੁਝ ਕਰਨਗੇ ਇਸ ਦੇ ਲਈ, ਕੀ ਕੁਝ ਹੋ ਸਕਦਾ ਕਿ ਕਿਸੇ ਦੇ ਜੈਨੂਇਨ ਟ੍ਰਾਂਸਫਰਸ ਵੀ ਹੋਣ? ਨਹੀਂ ਭਾਈ ਜੀ, ਮੈਂ ਇੱਕ ਗੱਲ ਕਰਦਾ, ਆਪਾਂ ਤਾਂ ਕਿਸੇ ਵੀ ਆ ਜਿਹੜੇ ਆਪਣੇ 5 ਬੰਦੇ ਇੱਥੇ ਵੀ ਬੈਠੇ ਆ, ਫਿਰ ਮਨਦੀਪ ਆ, ਕੋਈ ਇੱਕ ਅਕਾਊਂਟ ਟ੍ਰਾਂਸਫਰ ਕਿਤੋਂ ਬਾਹਰੋਂ ਆਇਆ ਹੋਵੇ, ਮੈਨੂੰ, ਮੇਰੇ ਪੂਰੇ ਪਰਿਵਾਰ ਨੂੰ, ਮੇਰੇ ਕਿਸੇ ਦੋਸਤ ਮਿੱਤਰ ਨੂੰ, ਕੋਈ ਇੱਕ ਪੈਸਾ ਆਪਾਂ ਕਿਸੇ ਤੋਂ ਲਿਆ ਹੋਵੇ? ਹਜੇ ਤੱਕ ਐਜੀਟੇਸ਼ਨ ਲੜੀ ਆ, ਆਪਦੀ ਜੇਬੋਂ ਲੜੀ ਆ ਆਪਾਂ, ਹਨਾ। ਜਿੰਨੇ ਕੁ ਜੋਗੇ ਆ ਉਹਨੇ ਕੁ ਜੋਗੇ ਕਰੀ ਜਾਂਦੇ ਆ, ਸੰਗਤ ਨਾਲ ਖੜੀ ਆ, ਗੁਰੂ ਨਾਨਕ ਸਾਹਿਬ ਨਾਲ ਖੜਾ। NRI ਭਰਾ ਮਦਦ ਕਰਨਾ ਚਾਹੁੰਦੇ ਹੁੰਦੇ ਨੇ, ਕਈ ਵਾਰ ਕਰਦੇ ਨੇ। ਜੇ ਆਪਾਂ ਪੈਸਾ ਇਕੱਠਾ ਕਰਨ ਆ ਜਾਂਦੇ ਤਾਂ ਇੰਨਾ ਜ਼ਿਆਦਾ ਜਜ਼ਬਾ ਸੀ ਇਸ ਟਾਈਮ, ਇੱਥੋਂ ਆ ਕੇ ਕਹਿੰਦੇ ਆ ਵੀ ਜੀ ਅਸੀਂ ਸੇਵਾ ਦੇਣੀ ਚਾਹੁੰਦੇ ਆ। ਮੈਂ ਉਹਨਾਂ ਨੂੰ ਮਨਾ ਕਰਦਾ ਜੀ, ਤੋਟ ਹੀ ਕੋਈ ਨਹੀਂ। ਅੱਛਾ, ਤੁਸੀਂ ਜਿਹੜਾ ਦਾਵਾ ਕਰ ਰਹੇ ਹੋ ਕਿ ਬਾਹਰੋਂ ਇੱਕ ਪੈਨੀ ਵੀ ਮਤਲਬ ਨਹੀਂ ਮੰਗਵਾਇਆ, ਨਹੀਂ ਆਇਆ ਹੈ? ਹਾਂਜੀ, ਇੱਕ ਪੈਨੀ ਵੀ, 1 ਰੁਪਿਆ ਵੀ ਨਹੀਂ ਆਪਾਂ ਕਿਸੇ ਤੋਂ ਲਿਆ, ਨਾ ਕਿਤੋਂ ਆਇਆ, ਨਾ ਕੈਸ਼ ਚ ਲਿਆ ਤੇ ਨਾ ਆਪਾਂ ਅਕਾਊਂਟ ਟ੍ਰਾਂਸਫਰ ਚ ਲਿਆ, ਸਿੱਧੇ ਜਾਂ ਸਿੱਧੇ ਰੂਪ ਚ ਵੀ। ਜੇ ਕੋਈ ਪ੍ਰੂਵ ਕਰਦੇ ਆਪਾਂ ਦੇਣਦਾਰ ਆ। ਤਾਂ ਜਦੋਂ ਹੁਣ ਇਹ ਜਿਹੜਾ ਜਵਾਬਾ ਲਾ ਦਿੱਤਾ ਗਿਆ, ਫਿਰ ਲੀਗਲੀ ਤੌਰ ਤੇ ਕਿਵੇਂ ਲੜੋਗੇ ਇਹਦੇ ਨਾਲ ਤੁਸੀਂ? ਲੀਗਲੀ ਹੁਣ ਆਏ ਆ ਇਹਦੇ ਤੇ, ਮੇਰਾ ਤਾਂ ਪਰਿਵਾਰ ਹੀ ਲੀਗਲ ਬੈਕਗ੍ਰਾਉਂਡ ਨਾਲ ਸੰਬੰਧ ਰੱਖਦਾ, ਸੋ ਪਰ ਲੀਗਲ ਤਾਂ ਉਸ ਗੱਲ ਲਈ ਲੜਾਂਗੇ ਨਾ, ਜਿਹੜਾ ਜੇ ਕਿਤੇ ਨਿਆਂ ਦਾ ਕਿਤੋਂ ਤੁਹਾਨੂੰ ਆਸ ਹੋਵੇ। ਉਹ ਲੀਗਲ ਸਿਸਟਮ ਤਾਂ ਸੁਪਰੀਮ ਕੋਰਟ ਦਾ ਆਪਾਂ ਦੇਖ ਹੀ ਲਿਆ ਨਾ। ਸੋ ਲੀਗਲ ਸਿਸਟਮ ਉਹਨਾਂ ਨੇ ਹੀ ਬਣਾਇਆ ਹੋਇਆ, ਸਭ ਕੁਝ ਉਹਨਾਂ ਦੇ ਹੱਥ 'ਚ, ਪਰ ਪ੍ਰਮਾਤਮਾ ਤਾਂ ਉਹਨਾਂ ਦੇ ਹੱਥ 'ਚ ਨਹੀਂ ਹੈ ਨਾ, ਹਨਾ। ਉਹ ਵੀ ਬੈਠਾ ਉੱਤੇ। ਇਹ ਕਿਸ ਲੈਵਲ ਤੱਕ ਗੱਲ ਆ ਗਈ ਆ, ਕਿਸ ਲੈਵਲ ਤੱਕ ਗੱਲ ਚਲੇ ਗਈ ਆ ਕਿ ਪੰਜਾਬ ਦੇ, ਮੈਨੂੰ ਲੱਗਦਾ ਹੁਣ ਜਿਵੇਂ ਜਿਵੇਂ ਖਬਰਾਂ ਆ ਰਹੀਆਂ ਨੇ, ਪਹਿਲਾਂ 4 ਕੁ ਬੰਦਿਆਂ ਨੂੰ ਪਤਾ ਲੱਗਿਆ, ਹੁਣ ਦਰਜਨਾਂ ਬੰਦਿਆਂ ਨੂੰ ਪਤਾ ਲੱਗ ਰਿਹਾ ਜਵਾਬਾ ਦਾ ਵੀ, ਕਿ NIA ਦੇ ਨੋਟਿਸਿਸ ਦਿੱਲੀ ਤੋਂ ਚਿੱਠੀਆਂ ਜਾ ਰਹੀਆਂ ਨੇ ਜਿਹੜੀਆਂ। ਹਾਂਜੀ, ਦਿੱਲੀ ਤੋਂ। ਦੇਖੋ, ਗੱਲ ਇਹ ਆ ਵੀ ਅਸੀਂ ਦਿੱਲੀ ਦੇ ਖਿਲਾਫ ਹੀ ਜਿਹੜੀ ਲੜਾਈ ਵਿੱਢੀ ਬੈਠੇ ਆ, ਤੇ ਉਹਨਾਂ ਨੇ ਫਿਰ ਸਾਨੂੰ ਜਿਸ ਢੰਗ ਨਾਲ ਦਬਾਉਣ ਦੀਆਂ ਆਪਦੀਆਂ ਸਾਜ਼ਿਸ਼ਾਂ ਘੜਨੀਆਂ, ਉਹ ਘੜੀ ਜਾਂਦੇ ਆ। ਤੇ ਹਾਂਜੀ, ਜਿਹੜੇ ਬੰਦੇ ਇੱਥੇ ਆਏ ਆ ਵਿਚਾਰੇ ਪਿੰਡਾਂ 'ਚ ਰਹਿਣ ਵਾਲੇ ਆ, ਸੇਵਾ ਕਰ ਰਹੇ ਆ। ਇੱਕ ਤਾਂ ਜਮਾਂ ਹੀ ਬੰਦਾ, ਉਹਦੇ ਕੋਲੇ ਕੁਝ ਵੀ ਨਹੀਂ, ਮੈਨੂੰ ਲੱਗਦਾ ਅਕਾਊਂਟ ਵੀ ਨਹੀਂ ਹੋਣਾ, ਉਹਨੂੰ ਵੀ ਭੇਜਤਾ। ਤੁਸੀਂ ਸੋਚੋ ਕਿੱਡੀ ਵੱਡੀ ਤਰਾਸਦੀ ਆ। ਬਸ ਬੰਦਿਆਂ ਦੀ ਇਨਵੋਲਵਮੈਂਟ, ਜਿਹੜੇ ਬੰਦੇ ਦੀ ਜਿੰਨੀ ਇਨਵੋਲਵਮੈਂਟ ਆ ਉਹਨਾਂ ਨੂੰ ਫਸਾ ਲੈਣਾ। ਹੁਣ ਆਪਾਂ ਨੂੰ ਕਰਨਾ ਕੀ ਪਊਗਾ? ਜਿਵੇਂ ਅੱਜ ਜਥੇਬੰਦੀਆਂ ਦੀ ਮੀਟਿੰਗ ਸੀਗੀ, ਤਾਂ ਨਰਿੰਦਰ ਸਿੰਘ ਤੋਮਰ ਮੀਟਿੰਗ 'ਚ ਬੈਠੇ, ਤਾਂ ਇਹ ਮੁੱਦਾ ਉੱਠਿਆ ਕਿ NIA ਦੇ ਨੋਟਿਸਿਸ ਭੇਜੇ ਜਾ ਰਹੇ ਨੇ, ਤਾਂ ਉਹਨਾਂ ਨੇ ਕਿਹਾ ਕਿ ਉਹ ਇੱਕ ਅਲੱਗ ਏਜੰਸੀ ਹੈ, ਮੈਂ ਉਹਦੇ ਤੇ ਕੁਝ ਨਹੀਂ ਕਰ ਸਕਦਾ, ਤਾਂ ਉਹਨਾਂ ਨੂੰ ਕਿਹਾ ਕਿ ਤੁਸੀਂ ਕੈਬਨਿਟ ਦਾ ਹਿੱਸਾ ਹੋ। ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ। ਨਹੀਂ ਜੀ ਬਾਈ, ਉਹ ਤਾਂ ਏਜੰਸੀ ਆ ਵੀ, ਨੋਟਿਸਿਸ NIA ਦੇ ਇਸ ਵੇਲੇ ਹੀ ਆਉਣੇ ਸੀ ਤੇ ਉਹਨਾਂ ਬੰਦਿਆਂ ਨੂੰ ਆਉਣੇ ਸੀ ਜਿਹੜੇ ਸਰਗਰਮ ਆ, ਹਨਾ। ਦੂਜਿਆਂ ਨੂੰ ਕਿਉਂ ਨਹੀਂ ਆਏ? ਹੁਣ ਆਪਾਂ ਤਾਂ ਕੋਈ ਗੋਡਫਾਦਰ ਵੀ ਨਹੀਂ ਲੈ ਕੇ ਬੈਠੇ ਨਾ, ਅਦਰਵਾਈਜ਼ ਰਾਜਨੀਤੀ 'ਚ ਤਾਂ ਜਿਹੜੇ ਬੰਦਿਆਂ ਦੇ ਗੋਡਫਾਦਰ ਹੁੰਦੇ ਆ ਨਾ, ਉਹਨਾਂ ਨੂੰ ਸਾਂਭ ਲਿਆ ਜਾਂਦਾ। ਆਪਾਂ ਤਾਂ ਕੱਲਾ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨੂੰ ਹੀ ਧਿਆ ਕੇ ਇੱਥੇ ਬੈਠੇ ਆ। ਇੱਕ ਗੱਲ ਤਾਂ ਹੋਰ ਫਿਰ ਸਾਬਤ ਵੀ ਹੋ ਰਹੀ ਹੈ, ਜਿਹੜੇ ਅੱਜ ਤੱਕ BJP ਦੀ ਬੈਕਗ੍ਰਾਉਂਡ ਨਾਲ ਜੋੜਦੇ, RSS ਨਾਲ ਜੋੜਦੇ, ਫਿਰ ਤਾਂ ਇਹ ਨੋਟਿਸਿਸ, ਫਿਰ ਤਾਂ ਜਵਾਬਾ ਲੱਗਣਾ ਨਹੀਂ ਸੀ ਚਾਹੀਦਾ ਹੈਗਾ। ਜੇ ਤੁਸੀਂ ਉਹਨਾਂ ਦੇ ਨਾਲ, ਸਨੀ ਦਿਓਲ ਉਹਨਾਂ ਦੇ ਨਾਲ ਉਹ ਨੇੜਤਾ, ਜਾਂ ਭਾਜਪਾ ਦੇ ਨਾਲ ਨੇੜਤਾ, ਜਾਂ ਮੋਦੀ ਦੇ ਨਾਲ ਫੋਟੋਆਂ ਜਿਹੜੀਆਂ ਦਿਖਾਉਂਦੇ ਸੀਗੇ ਹੁਣ ਤੱਕ, ਉਹੀ ਗੱਲ ਆ ਨਾ। ਇਹ ਤਾਂ ਹੁਣ ਇਹ ਗੱਲ ਉਹਨਾਂ ਨੂੰ ਸਮਝ ਲੈਣੀ ਚਾਹੀਦੀ ਹੈ, ਜਿਹੜੇ ਇਹ ਹਜੇ ਤੱਕ ਤੌਹਮਤਾਂ ਲਈ ਆਉਂਦੇ ਸੀ। ਪਰ ਗੱਲ ਇਹ ਆ ਬਈ, ਜਦੋਂ ਤੌਹਮਤ ਲੱਗਦੀ ਹੈ ਨਾ, ਉਹਦਾ ਕੋਈ ਲੌਜਿਕ ਨਹੀਂ ਹੁੰਦਾ। ਜਿਹੜੇ ਪਰਿਵਾਰ ਨੇ, ਮੇਰਾ ਪਰਿਵਾਰ ਪੜਦਾਦੇ ਤੋਂ ਲੈ ਕੇ, ਦਾਦੇ ਤੋਂ ਲੈ ਕੇ, ਪਿਓ ਤੋਂ ਲੈ ਕੇ, ਹਨਾ, ਜਿਹੜੇ ਨੇ ਸਿਰਫ ਪੰਜਾਬ ਦੀ ਰਾਖੀ ਕੀਤੀ ਆ, ਲੋਕਾਂ ਦੇ ਨਾਲ ਜਿਹਦਾ ਪਰਿਵਾਰ ਖੜਾ, ਤੇ ਮੈਂ ਵੀ ਉੱਥੇ ਹੀ ਖੜਾ। ਉਹ ਬੰਦਾ ਜੇ ਅੱਜ ਸਰਕਾਰ ਨਾਲ ਮਿਲਿਆ ਹੁੰਦਾ, ਕਿੱਡੀ ਵੱਡੀ ਗਦਾਰੀ ਕਮਾਉਣੀ ਸੀ। ਫਿਰ ਰਹਿ ਕਿੱਥੇ ਜਾਂਦੇ? ਪੰਜਾਬ 'ਚ ਤਾਂ ਰਹਿਣ ਕਿਤੇ ਹੀ ਨਹੀਂ ਰਹਿਣ ਜੋਗੇ। ਆਉਣ ਵਾਲੀਆਂ ਜ਼ਮੀਰ ਤੋਂ ਆਉਣ ਵਾਲੀਆਂ ਕੁਲਾਂ ਬਰਬਾਦ ਬਾਈ। ਸੋ ਉਹ ਗੱਲ ਕਿੱਡੀ ਵੱਡੀ ਆ, ਪਰ ਲੌਜਿਕ 'ਚ ਕਿਸੇ ਨੇ ਨਹੀਂ ਜਾਣਾ। ਉਹਨਾਂ ਨੇ ਸਿਰਫ ਤੌਹਮਤ ਲਾਉਣੀ ਹੁੰਦੀ ਆ, ਇੱਕ ਲਾਈਨ ਹੀ ਲਿਖਣੀ ਆ, RSS ਦਾ ਬੰਦਾ।
ਅੱਛਾ, ਪਰਿਵਾਰ ਦਾ ਕੀ ਰਿਐਕਸ਼ਨ ਹੈ ਹੁਣ ਇਸ ਗੱਲ ਤੋਂ ਬਾਅਦ? ਪਰਿਵਾਰ ਚੜ੍ਹਦੀ ਕਲਾ 'ਚ ਹੈ ਜੀ। ਪਰਿਵਾਰ ਨੇ ਬਥੇਰਾ ਕੁਝ ਝੱਲਿਆ ਪਹਿਲਾਂ ਵੀ, ਤੇ ਇਹ ਕੋਈ ਬਾਹਲੀ ਵੱਡੀ ਗੱਲ ਨਹੀਂ ਆ। ਜਿਹੜੇ ਹੋਰ ਲੋਕਾਂ ਨੂੰ ਆਏ ਨੇ ਹੁਣ, ਕਿਉਂਕਿ ਪਰਿਵਾਰ ਦੇ ਵਿੱਚ ਇੱਕ, ਚਲੋ ਤੁਸੀਂ ਤਾਂ ਚੜ੍ਹਦੀ ਕਲਾ 'ਚੋਂ ਪਰਿਵਾਰ ਵੀ ਗੱਲ ਸਮਝਦਾ ਏ ਹਨਾ, ਪਰ ਆਮ ਪਰਿਵਾਰਾਂ ਨਾਲ ਜਦੋਂ ਇਹ ਬੀਤਦੀ ਹੈ, ਇਸ ਤਰ੍ਹਾਂ ਹੁੰਦਾ, ਹੁਣ ਇਸ ਤਰ੍ਹਾਂ ਦਾ ਨੋਟਿਸ ਬਹੁਤ ਵੱਡੀ ਏਜੰਸੀ ਹੈ, ਉਹਨਾਂ ਦੇ ਮਨ ਤੇ ਬਹੁਤ ਡਰ ਪੈਦਾ ਹੋ ਜਾਂਦਾ। ਹੋਰ ਵੀ ਲੋਕ ਪਿੱਛੇ ਹਟ ਸਕਦੇ ਨੇ ਵੀ ਯਾਰ ਕਿਤੇ ਸਾਨੂੰ ਨਾ ਇਸ ਤਰ੍ਹਾਂ ਹੋ ਜਾਵੇ। ਉਹਨਾਂ ਨੂੰ ਕੀ ਕਹਿਣਾ ਚਾਹੁੰਦੇ, ਕੀ ਕਰਨਾ ਪਊ? ਨਹੀਂ, ਸਾਡਾ ਜਦੋਂ ਹੁਣ ਨਾ ਕੋਈ ਵੀ ਪਰਿਵਾਰ ਆਮ ਪਰਿਵਾਰ ਨਹੀਂ ਆ। ਸਾਡੇ ਪਰਿਵਾਰਾਂ ਤੇ ਸਾਡੇ ਜਿਹੜੇ ਇੱਥੇ ਸਾਰੇ ਲੋਕ ਆ, ਉਹ ਤੇ ਪ੍ਰਮਾਤਮਾ ਦਾ ਬਹੁਤ ਵੱਡਾ ਹੱਥ ਆ ਸਾਰਿਆਂ ਤੇ। ਤੁਸੀਂ ਸਿਰਫ ਸੱਚ ਦੇ ਨਾਲ ਖੜੋ, ਸੱਚ ਦੀ ਆਵਾਜ਼ ਬੁਲੰਦ ਕਰੋ, ਬਾਕੀ ਸਭ ਪ੍ਰਮਾਤਮਾ ਦੇਖ ਲੂਗਾ। ਇਹ ਗੱਲਾਂ ਕੋਈ ਬਾਲੀਆਂ ਵੱਡੀਆਂ ਨਹੀਂ ਹੁੰਦੀਆਂ। ਖੜੀ ਆ ਕੌਮ ਨਾਲ ਯਾਰ, ਕੌਮ ਕਦੇ ਨਹੀਂ ਪਿੱਛੇ ਹਟਦੀ। ਲੀਗਲ ਸਪੋਰਟ ਕੀ ਹੋ ਸਕਦੀ ਹੈ ਇਹਨਾਂ ਸਾਰਿਆਂ ਨੂੰ, ਕੋਈ ਜਥੇਬੰਦੀਆਂ ਵੱਲੋਂ? ਕਿਉਂਕਿ ਜੇ ਹੁਣ ਕੇਸ ਲੜੇ ਜਾਂਦੇ ਨੇ, ਕੋਈ ਹਾਈ ਕੋਰਟ, ਕੋਈ ਸੁਪਰੀਮ ਕੋਰਟ, ਤਾਂ ਬਹੁਤ ਵਕੀਲਾਂ ਦੇ ਫੀਸਿਸ ਹੁੰਦੀਆਂ ਨੇ। ਆਮ ਲੋਕ ਕਿਵੇਂ ਲੜਾਈ ਲੜਨ, ਲੀਗਲੀ ਲੜਾਈ? ਆਪਾਂ ਲੜਾਂਗੇ ਭਾਈ, ਬਿਨਾਂ ਕੋਈ ਪੈਸੇ ਲਏ ਲੜਾਂਗੇ। ਜਿਹਨੂੰ ਆਏ ਆ ਸਾਰਿਆਂ ਦੀਆਂ ਲੜਾਈਆਂ ਲੜਾਂਗੇ। ਉਹ ਮਨਦੀਪ ਨਾਲ, ਮੇਰੇ ਨਾਲ ਕੋਆਰਡੀਨੇਟ ਕਰ ਲੈਣ। ਸਾਰੀ ਬਾਰ ਐਸੋਸੀਏਸ਼ਨ ਨਾਲ ਖੜੂਗੀ। ਬਾਰ ਐਸੋਸੀਏਸ਼ਨ ਇਕੱਲੇ ਪੰਜਾਬ ਚੋਂ ਨਹੀਂ, ਬਾਰ ਐਸੋਸੀਏਸ਼ਨ ਆਫ ਇੰਡੀਆ ਵੀ ਨਾਲ ਖੜੂਗੀ। ਇਹ ਬਹੁਤ ਵੱਡੀ ਗੱਲ ਤੁਸੀਂ ਕਹੀ ਹੈਗੀ ਆ, ਕਿਉਂਕਿ ਇਹ ਵੀ ਹੁੰਦੀ ਹੈ ਨਾ ਗੱਲ ਨਾਲ, ਜਿਹੜੀ ਫਾਈਨੈਂਸ਼ੀਅਲ ਪੱਖੋਂ ਅਸੀਂ ਦੇਖਦੇ ਹਾਂ, ਆਰਥਿਕ ਤੌਰ ਤੇ ਵੀ ਦੇਖਦੇ। ਸੋ ਇਹੀ ਗੱਲ ਆ, ਇਸ ਵੇਲੇ ਤਾਂ ਇਹ ਇੰਪੋਰਟੈਂਸ ਹੀ ਇਸ ਲੜਾਈ ਦੀ ਇੰਨੀ ਬਣ ਗਈ ਆ। ਤੁਸੀਂ ਦੇਖਿਓ ਤਾਂ ਸਹੀ ਹੁੰਦਾ ਕੀ ਆ। ਹੁਣ ਭਚੱਕਾ ਤਾਂ ਦੇਖਿਓ, ਇਹਨਾਂ ਨੂੰ ਐਂ ਲੱਗਦਾ ਵੀ ਕੋਈ ਗੱਲ ਨਹੀਂ, ਅਸੀਂ ਨਹੀਂ ਗੱਲ ਤੁਹਾਡੀ ਮੰਨਣੀ, ਜੋ ਕਰਨਾ ਕਰ ਲਓ। ਇਸ ਵੇਲੇ ਫਿਰ ਸਾਨੂੰ ਦਿਖਾ ਦੇਣਾ ਚਾਹੀਦਾ ਏਕੇ ਚ ਆ ਕੇ ਵੀ ਅਸੀਂ ਕਰ ਕੀ ਸਕਦੇ ਹਾਂ। ਇਹਨਾਂ ਦਾ ਹੰਕਾਰ ਤੋੜਨਾ ਬਣਦਾ। ਤੋੜਨਾ ਤਾਂ ਪ੍ਰਮਾਤਮਾ ਨੇ ਆ, ਪਰ ਅਸੀਂ ਕੋਈ ਨਾ ਕੋਈ ਯਤਨ ਤਾਂ ਕਰੀਏ ਨਾ ਇਕੱਠੇ ਹੋ ਕੇ। ਕਿਵੇਂ ਦਾ ਹੁਣ ਹੋਣਾ ਚਾਹੀਦਾ ਹੈ ਕਿ ਲੋਕ ਤਾਂ ਪਹਿਲਾਂ ਹੀ ਉੱਠੇ ਹੋਏ ਨੇ ਆਪਣੇ, ਉਹ ਤਾਂ ਹੁਣ ਰੋਕੇ ਹੋਏ ਨੇ ਕਿ ਨਹੀਂ ਆਪਾਂ ਇੰਨਾ ਕੁ ਰੱਖਣਾ, ਇੱਥੇ ਤੱਕ ਰਹਿਣਾ, ਅੱਗੇ ਨਹੀਂ ਵਧਣਾ, ਕਿੱਥੇ ਤੱਕ ਜਾਣਾ ਕੀ ਨਹੀਂ ਜਾਣਾ ਹੈਗਾ। ਤਾਂ ਹੁਣ 26 ਜਨਵਰੀ ਦਾ ਦਿਨ ਵੱਡਾ ਦਿਨ ਆ ਰਿਹਾ ਹੈ। 26 ਜਨਵਰੀ ਨੂੰ ਲੈ ਕੇ ਲੱਖਾਂ ਲੋਕ, ਲੱਖਾਂ ਟਰੈਕਟਰ ਇੱਥੇ ਪਹੁੰਚਣਗੇ, ਤਾਂ ਉਹ ਕਰਨਾ ਕੀ ਹੈ, ਕਿਵੇਂ ਦਾ ਹੋਵੇ, ਕਿਵੇਂ ਦਾ? ਜਥੇਬੰਦੀਆਂ ਵੀ ਕਹਿ ਰਹੀਆਂ ਨੇ, ਤੁਹਾਡੀ ਕੀ ਰਾਏ ਹੈ? ਮੇਰੀ ਰਾਏ ਤਾਂ ਇਹੀ ਹੈ ਵੀ ਜੋ ਵੀ ਕਰੋ, ਲੋਕਾਂ ਦੇ ਜਜ਼ਬਾਤਾਂ ਦੀ ਤਰਜ਼ਮਾਨੀ ਹੋਵੇ ਉੱਤੇ। ਇਹ ਨਾ ਹੋਵੇ ਵੀ ਪ੍ਰੋਗਰਾਮ ਵਿਅਰਥ ਜਾਵੇ। ਇਹ ਨਾ ਹੋਵੇ, ਦੇਖੋ ਜਰਨੈਲ ਉਹੀ ਹੁੰਦਾ ਜੋ ਜਿਤਾ ਕੇ ਵੀ ਲੈ ਜਾਏ ਫੌਜ ਨੂੰ ਤੇ ਨੁਕਸਾਨ ਵੀ ਨਾ ਕਰਵਾਵੇ। ਜਰਨੈਲ ਉਹੀ ਹੁੰਦਾ। ਸੋ ਹੁਣ ਲੀਡਰਸ਼ਿਪ ਦਾ ਟੈਸਟ ਆ ਇੱਥੇ। ਲੀਡਰਸ਼ਿਪ ਨੇ ਜਿਤਾਉਣਾ ਵੀ ਆ ਤੇ ਨੁਕਸਾਨ ਵੀ ਨਹੀਂ ਕਰਾਉਣ ਦੇਣਾ, ਹਨਾ। ਪਰ ਇਹ ਨਾ ਲੱਗੇ ਲੋਕਾਂ ਨੂੰ ਵੀ ਸਾਨੂੰ ਟਰੈਕਟਰ ਜੇ ਭਜਾ ਕੇ ਸੜਕਾਂ ਤੇ ਵਾਪਸ ਮੋੜਤਾ। ਅਗਲੇ ਤਾਂ ਤਿਆਰ ਆ। ਹੁਣ ਫੌਜਾਂ ਤਿਆਰ ਆ। ਹੁਣ ਫੌਜਾਂ ਨੂੰ ਤੁਸੀਂ ਕਿਸ ਢੰਗ ਨਾਲ ਵਰਤਣਾ, ਫੌਜਾਂ ਨੂੰ ਕੀ ਪ੍ਰੋਗਰਾਮ ਦੇਣਾ, ਤੇ ਉਸ ਪ੍ਰੋਗਰਾਮ ਦਾ ਕਿੰਨਾ ਕੁ ਪ੍ਰਭਾਵ ਸਰਕਾਰ ਤੇ ਪੈਂਦਾ, ਇਹ ਲੀਡਰਸ਼ਿਪ ਹੁਣ ਇੱਥੇ ਪਰਖੀ ਜਾਊਗੀ। ਇੱਕ ਗੱਲ ਨਾਲ ਤੁਸੀਂ ਸਹਿਮਤ ਹੋ ਵੀ 26 ਜਨਵਰੀ ਵੱਡਾ ਦਿਨ ਹੈ, ਜੇ ਉਸ ਦਿਨ ਕੁਝ ਬਹੁਤਾ ਆਪਾਂ ਨਹੀਂ ਕਰ ਪਾਉਂਦੇ ਹੈਗੇ, ਕੁਝ ਇਸੇ ਤਰ੍ਹਾਂ ਰਹਿ ਜਾਂਦਾ ਹੈ, ਤਾਂ ਫਿਰ ਉਹ ਤੋਂ ਬਾਅਦ ਤਾਂ ਕੁਝ ਇਸ ਤਰ੍ਹਾਂ ਦਾ ਕਰਨ ਨੂੰ ਨਹੀਂ, ਉਸ ਤਰ੍ਹਾਂ ਦਾ ਕੁਝ ਹੋ ਸਕਦਾ, ਲੰਬਾ ਜਾ ਸਕਦਾ ਫਿਰ ਸੰਘਰਸ਼। ਦੇਖੋ, ਸਾਨੂੰ ਲੰਬੇ ਸੰਘਰਸ਼ ਲਈ ਵੀ ਤਿਆਰ ਰਹਿਣਾ ਚਾਹੀਦਾ। ਲੜਾਈ ਬਾਲੀ ਵੱਡੀ ਬੈਠੇ ਆ ਅਸੀਂ। ਜਦੋਂ ਮੈਂ ਕਿਹਾ ਨਿਊ ਵਰਲਡ ਆਰਡਰ ਦੇ ਅਗੇਂਸਟ ਲੜ ਰਹੇ ਆਪਾਂ, ਸੋ ਉੱਥੇ ਤਾਂ ਸੰਘਰਸ਼ ਲੰਬਾ ਵੀ ਹੋ ਸਕਦਾ, ਪਰ ਐਟ ਦਾ ਸੇਮ ਟਾਈਮ ਤੁਹਾਨੂੰ ਤੁਹਾਡੀਆਂ ਫੌਜਾਂ ਨੂੰ ਵੀ ਤਿਆਰ ਰੱਖਣਾ ਪੈਂਦਾ। ਉਹਨਾਂ 'ਚ ਨਿਰਾਸ਼ਤਾ ਨਹੀਂ ਜਾਵੇ। ਉਹਨਾਂ ਨੇ ਕੁਝ ਆਪਦੇ ਇੱਕ ਕੋਈ ਪੜਾਅ ਹੁੰਦੇ ਆ ਸੰਘਰਸ਼ ਦੇ, ਪੜਾਅ ਉਹ ਫੌਜਾਂ ਲਈ ਬੜੇ ਜ਼ਰੂਰੀ ਹੁੰਦੇ ਆ। ਪਰ ਰਾਜੇਵਾਲ ਸਾਹਿਬ ਕਹਿੰਦੇ ਕਿ ਅਸੀਂ ਮਾਵਾਂ ਦੇ ਪੁੱਤ ਨਹੀਂ ਮਰਵਾਉਣਾ ਚਾਹੁੰਦੇ, ਅਸੀਂ ਤੈਸ਼ 'ਚ ਆ ਕੇ ਕਿਸੇ ਨਾਲ ਟਕਰਾ ਜਾਈਏ, ਸਾਹਮਣੇ ਤੋਂ ਬਲ ਦਾ ਪ੍ਰਯੋਗ ਹੋਵੇ, ਅਸੀਂ ਉਸ ਜਾਂ ਨਹੀਂ ਕਰਨਾ ਚਾਹੁੰਦੇ। ਨਹੀਂ, ਦੇਖੋ ਕੋਈ ਵੀ ਨਹੀਂ ਮਰਵਾਉਣਾ ਚਾਹੁੰਦਾ, ਪਰ ਤੁਹਾਡੀਆਂ ਹੁਣ ਜੇ ਤੁਹਾਨੂੰ ਜਮਾਂ ਹੀ ਕਹਿਣਗੇ, ਤੁਹਾਡੀਆਂ ਜ਼ਮੀਰਾਂ ਮਾਰਨ ਤੇ ਤੋਲਣਗੇ, ਉਹ ਤੁਹਾਨੂੰ ਕੁਚਲਣਗੇ, ਦਬਾਉਣਗੇ, ਕਦੋਂ ਤੇ ਕੀ ਤੁਸੀਂ ਕਰੋਗੇ ਕੀ ਫਿਰ? ਤੁਹਾਨੂੰ ਵਾਇਲੈਂਸ ਵੱਲ ਧੱਕਦਾ ਕੌਣ ਆ? ਸਟੇਟ ਧੱਕਦੀ ਆ ਨਾ, ਹਮੇਸ਼ਾ ਹੀ ਧੱਕਦੀ ਆ। ਇਹ ਸਟੇਟ ਦੀਆਂ ਪਾਲਿਸੀਜ਼ ਹੁੰਦੀਆਂ। ਪਰ ਐਟ ਦਾ ਸੇਮ ਟਾਈਮ ਬਾਈ ਜੀ, ਅਸੀਂ ਕਿਸੇ ਜੰਗ 'ਚ ਬੈਠੇ ਆ, ਉਹਦੇ ਜੰਗ 'ਚ ਸਾਨੂੰ ਪ੍ਰੋਗਰਾਮ ਦੇਣੇ ਪੈਣਗੇ ਨਾ। ਅਸੀਂ ਨਹੀਂ ਕਹਿੰਦੇ ਕਲੈਸ਼ ਚਾਹੀਏ, ਚਲੋ, ਪਰ ਪ੍ਰੋਗਰਾਮ ਦਿਓ ਜਿਹੜਾ ਇਫੈਕਟਿਵ ਹੋਵੇ। ਫਿਰ ਲੀਡਰਸ਼ਿਪ ਤਾਂ ਇੱਥੇ ਹੀ ਪਰਖੀ ਜਾਂਦੀ ਆ। ਹੁਣ ਲੀਡਰਸ਼ਿਪ ਨੂੰ ਆਪਦੀ ਲੀਡਰਸ਼ਿਪ ਦਿਖਾਉਣ ਦਾ ਟਾਈਮ ਆ ਇਹ। ਪਰ ਜੇ ਸਾਹਮਣੇ ਰੋਕਾਂ ਲੱਗਦੀਆਂ ਨੇ, ਆਪਾਂ ਤੋੜਦੇ ਆ, ਕੋਈ ਟਕਰਾਅ ਹੁੰਦਾ, ਕੋਈ ਨੁਕਸਾਨ ਹੁੰਦਾ, ਤਾਂ ਇਹ ਵੀ ਖਦਸ਼ੇ ਨੇ ਫਿਰ ਵੀ ਅੰਦੋਲਨ ਇਸ ਤਰ੍ਹਾਂ ਵਾਇਲੈਂਸ ਦੇ ਵਿੱਚ ਕਈ ਵਾਰੀ ਖਿੰਡ ਜਾਂਦੇ ਹੁੰਦੇ ਨੇ। ਨਹੀਂ ਭਾਈ ਜੀ, ਇਹਦੇ ਵੀ ਢੰਗ ਹੈਗੇ, ਵੀ ਇਹ ਗੱਲ ਅਸੀਂ ਅੰਦੋਲਨ ਜਾਰੀ ਵੀ ਰੱਖ ਸਕਦੇ ਆ, ਤਿੱਖਾ ਵੀ ਹੋਊਗਾ, ਕਲੈਸ਼ 'ਚ ਵੀ ਨਹੀਂ ਆਉਂਦੇ, ਇਹਦੇ ਢੰਗ ਹੈਗੇ। ਪਰ ਇੱਥੇ ਤਾਂ ਮੈਂ ਕਹਿ ਰਿਹਾ ਨਾ, ਉਹ ਢੰਗ ਤਾਂ ਵਰਤੇ ਜਾਣਗੇ ਜੇ ਲੀਡਰਸ਼ਿਪ ਦੀ ਮੋਰਲ ਜਿਹੜੀ ਇੱਕ ਆਪਾਂ ਕਹਿ ਲਈਏ ਅਥਾਰਟੀ ਹੋਵੇ ਲੋਕਾਂ ਤੇ। ਇੱਥੇ ਲੈਕ ਕੀ ਕਰ ਰਹੀ ਹੈ ਲੀਡਰਸ਼ਿਪ ਨੇ? ਹਜੇ ਤੱਕ ਆਪਦੇ ਆਪ ਨੂੰ ਪ੍ਰੂਵ ਨਹੀਂ ਕੀਤਾ। ਲੋਕਾਂ ਨੇ ਅਗਵਾਈ ਦਿੱਤੀ ਹੈ, ਸੰਗਤ ਨੇ ਅਗਵਾਈ ਦਿੱਤੀ ਆ, ਤਾਂ ਉਹਨਾਂ ਦੀ ਮੋਰਲ ਅਥਾਰਟੀ ਹਜੇ ਤੱਕ ਪੈਦਾ ਨਹੀਂ ਹੋਈ।
ਮੋਰਲ ਅਥਾਰਟੀ ਵਾਲੀ ਲੀਡਰਸ਼ਿਪ ਚਾਹੀਦੀ ਸੀ। ਇੱਥੇ ਉਹ ਵੀ ਬੰਦਾ ਚਾਹੀਦਾ ਸੀ ਜਿਹੜਾ ਥੋੜਾ ਬਹੁਤ ਸਪਿਰਿਚੁਅਲਿਟੀ ਨੂੰ ਵੀ ਸਮਝੇ, ਕੱਲਾ ਸਮਾਜਿਕ ਵਰਤਾਰਿਆਂ ਨੂੰ ਨਹੀਂ, ਸਪਿਰਿਚੁਅਲਿਟੀ ਨੂੰ ਵੀ ਸਮਝੇ। ਉਹ ਲੀਡਰਸ਼ਿਪ ਦਾ ਸੁਮੇਲ ਜੇ ਸਾਡੇ ਕੋਲੇ ਹੁੰਦਾ ਨਾ, ਫਿਰ ਗੱਲ ਕੁਝ ਹੋਰ ਬਣਨੀ ਸੀ। ਢੰਗ ਹੈਗੇ ਹਜੇ ਵੀ ਅਸੀਂ ਇਸ 26 ਤੁਸੀਂ ਵਿਭਾਗੀ ਨਾਲ ਰਾਏ ਦੇ ਸਕਦੇ ਹੋ, ਕੋਈ ਵੀ ਦੇ ਸਕਦਾ, ਤੁਸੀਂ ਵੀ ਦੇ ਸਕਦੇ ਹੋ ਜੇ ਠੀਕ ਹੈ। ਮੀਟਿੰਗਾਂ ਨਹੀਂ ਹੁੰਦੀਆਂ ਹੈਗੀਆਂ ਤੁਹਾਡੀਆਂ ਤਾਂ ਮੀਡੀਆ ਵੀ ਹੈ ਤੁਹਾਡਾ ਆਪਣਾ, ਤੁਸੀਂ ਸੋਸ਼ਲ ਮੀਡੀਆ ਤੇ ਵੀ ਐਕਟਿਵ ਹੁੰਦੇ ਹੋ, ਕੋਈ ਗੱਲ ਜਿਹੜੀ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਹੋ ਸਕਦੀ ਹੈ? ਮੇਰੇ ਕੋਲ ਦੇਖੋ ਗੱਲ ਆਏ ਆ, ਫਿਰ ਮੈਨੂੰ ਕਹਿ ਦਿੰਦੇ ਆ ਪਬਲਿਕਲੀ ਗੱਲਾਂ ਕਰਦਾ, ਹਨਾ। ਪਬਲਿਕਲੀ ਗੱਲਾਂ ਕਰਨ ਦਾ ਉਹਦਾ ਅਸਰ ਜਾਂ ਉਹ ਮੰਨਣੀ, ਇਹਨਾਂ ਨੇ ਮੰਨਣੀ ਕਿ ਨਹੀਂ, ਉਹ ਖਤਮ ਹੋ ਜਾਂਦਾ। ਕਈ ਵਾਰੀ ਇਹ ਵੀ ਗੱਲਾਂ ਹੁੰਦੀਆਂ ਵੀ ਦੀਪ ਸਿੱਧੂ ਤਾਂ ਅੱਡ ਹੀ ਚੱਲਦਾ। ਹੁਣ ਤਾਂ ਸਾਨੂੰ ਏਕਾ ਦਿਖਾਉਣ ਦੀ ਜ਼ਰੂਰਤ ਹੈ, ਸਾਨੂੰ ਵੀ ਪਤਾ। ਮੇਰੇ ਤੇ ਬਹੁਤ ਵਾਰੀ ਕਿਹਾ ਗਿਆ, ਮੈਨੂੰ ਸੰਗਤ ਨੇ ਕਿਹਾ ਬਾਈ ਜੀ ਅੱਡ ਸਟੇਜ ਲਾਓ ਯਾਰ, ਮੈਂ ਕਿਹਾ ਨਹੀਂ, ਹਨਾ। ਕਿਉਂਕਿ ਉਹਨਾਂ ਨੇ ਕਿਉਂ ਕਿਹਾ, ਜਿਸ ਢੰਗ ਨਾਲ ਸਾਰਾ ਵਰਤਾਰਾ ਚੱਲ ਰਿਹਾ ਸੀ। ਅੱਜ ਲੜਾਈ ਪਰ ਹੁਣ ਇਹ ਗੱਲਾਂ ਤਾਂ ਪਿੱਛੇ ਰਹਿ ਗਈਆਂ, ਇਹਨਾਂ ਗੱਲਾਂ ਨੂੰ ਛੱਡਦੇ ਆ ਆਪਾਂ। ਹੁਣ ਕਿੱਥੇ ਆਉਣਾ ਪੈਣਾ, ਹੁਣ ਤਾਂ ਸਰਕਾਰਾਂ ਨੇ ਸਿੱਧੇ ਸਿੰਘ ਫਸਾ ਲਏ ਨਾ। ਅੱਜ ਦੀ ਟਾਰਗੇਟ ਕੀਤਾ ਜਾ ਰਿਹਾ ਬਿਲਕੁਲ। ਜੇ ਹੁਣ NIA ਦੇ ਪਰਚੇ ਯੂਆਪਾ ਵਰਗੇ ਲੱਗਣ ਲੱਗੇ ਆਪਣੇ ਤੇ, ਤਾਂ ਹੋਰ ਬਚਿਆ ਕੀ ਹੈ ਇਸ ਤੇ? ਹਾਂ ਨਹੀਂ, ਪਰ ਚਲੋ NIA ਤਾਂ ਆਪਾਂ ਪਰਸਨਲ ਗੱਲ ਹੋ ਗਈ। ਅੱਜ ਦੀ ਮੀਟਿੰਗ 'ਚ ਉਹਨਾਂ ਨੇ ਇਹ ਗੱਲ ਕਹੀ ਆ ਵੀ ਅਸੀਂ ਰੱਦ ਨਹੀਂ ਕਰਨੇ, ਜੋ ਕਰਨਾ ਕਰ ਲਓ। ਫਿਰ ਜੇ ਇੱਥੋਂ ਤੱਕ ਆ ਗਈ ਆ ਗੱਲ, ਫਿਰ ਤਾਂ ਸਾਨੂੰ ਦਿਖਾਉਣਾ ਚਾਹੀਦਾ। ਹੁਣ ਤਾਂ ਜਮਾਂ ਜ਼ਮੀਰ ਦੀ ਗੱਲ ਆ ਗਈ। ਫਿਰ ਹੁਣ ਜ਼ਮੀਰ ਜਿਹੜੀ ਅਸੀਂ ਆਪਦੀ ਮਾਰ ਕੇ ਜਾਈਏ ਕਿੱਥੇ, ਮੁੜ ਕੇ ਜਿਉਂਦੇ ਕਿੱਥੋਂ ਰਹਿ ਜਾਾਂਗੇ? ਪਰ ਉਹ ਤਾਂ 19 ਦੀ ਫਿਰ ਮੀਟਿੰਗ ਹੈ, ਫਿਰ ਕਹਿੰਦੇ ਮੀਟਿੰਗ 'ਚ ਜਾਣਾ। ਦੇਖੋ ਕੀ ਮੀਟਿੰਗ 'ਚ ਹੁਣ ਜਿਹੜੇ ਹਿਸਾਬ ਨਾਲ ਗੱਲ ਚੱਲ ਰਹੀ ਆ, ਤੁਹਾਨੂੰ ਤੇ ਮੈਨੂੰ, ਇਹ ਸਾਰੀਆਂ ਸੰਗਤ ਨੂੰ ਵੀ ਪਤਾ ਵੀ ਮੀਟਿੰਗ 'ਚੋਂ ਨਿਕਲਣਾ ਕੁਝ ਨਹੀਂ। ਹੁਣ ਉਹ ਤਾਂ ਵਾਰ-ਵਾਰ ਕਹਿ ਰਹੇ ਕਿ ਕਾਨੂੰਨ ਅਸੀਂ ਰੱਦ ਨਹੀਂ ਕਰਨੇ, MSP ਤੇ ਅਸੀਂ ਕਾਨੂੰਨ ਬਣਾ ਨਹੀਂ ਸਕਦੇ। ਇੱਕ ਗੱਲ ਜ਼ਰੂਰ ਵਿੱਚ ਸਾਹਮਣੇ ਆਈ ਹੈ, ਠੀਕ ਹੈ, ਹਲੇ ਉਹ ਵਿਚਕਾਰ ਹੀ ਹੈ ਕਿ ਜੇ ਸਟੇਟਾਂ ਤੇ ਕੋਈ ਛੱਡ ਦਿੱਤਾ ਜਾਵੇ, ਉਸ ਤਰ੍ਹਾਂ ਕੋਈ ਹੱਲ ਹੋ ਸਕਦਾ? ਦੇਖੋ ਉਹ ਜਿਹੜੀ ਗੱਲ ਆ ਨਾ, ਇਹੀ ਆਪਾਂ ਜਦੋਂ ਸ਼ੰਭੂ ਮੋਰਚੇ 'ਚ ਬੈਠੇ ਸੀ ਕੀ ਗੱਲ ਕਰਦੇ ਸੀ, ਵੱਧ ਅਧਿਕਾਰ ਦਿਓ। ਇਹ ਵੱਧ ਅਧਿਕਾਰ ਹੀ ਹੋ ਗਏ ਨਾ। ਅਸਲ ਵਿੱਚ ਜਿਹੜਾ ਹੱਲ ਆ ਇਸ ਦੇਸ਼ 'ਚ ਉਦੋਂ ਹੀ ਨਿਕਲਣਾ ਜਦੋਂ ਤੱਕ ਰਾਜਾਂ ਨੂੰ ਵੱਧ ਅਧਿਕਾਰ ਨਹੀਂ ਮਿਲਣੇ। ਪਰ ਸਰਕਾਰ ਤਾਂ ਫਿਰ ਕਹਿੰਦੀ ਹੈ, ਕਿਸਾਨ ਜਥੇਬੰਦੀਆਂ ਨੂੰ ਮੀਡੀਆ ਦੇ ਵਿੱਚ ਵੀ ਜਿਹੜੀ ਗੱਲ ਹੈ ਫਲੋਟ ਤਾਂ ਹੀ ਹੋਈ ਆ, ਸਰਕਾਰ ਦੇਖਦੀ ਹੁੰਦੀ ਹੈ ਕਿ ਕਿੱਥੇ ਤੱਕ ਸਾਹਮਣੇ ਕੋਈ ਰਿਐਕਸ਼ਨ ਆਉਂਦਾ। ਕਿਸਾਨ ਜਥੇਬੰਦੀਆਂ ਵੀ ਇਹ ਪ੍ਰਪੋਜ਼ਲ ਆਪ ਵੀ ਰੱਖ ਸਕਦੀਆਂ ਨੇ ਸਾਹਮਣੇ। ਬਿਲਕੁਲ ਰੱਖ ਸਕਦੀਆਂ, ਕਿਉਂਕਿ ਮੈਂ ਉਹੀ ਕਹਿ ਰਿਹਾ, ਆਪਾਂ ਸ਼ੰਭੂ ਮੋਰਚੇ 'ਚ ਫੈਡਰਲ ਸਟਰਕਚਰ ਦੀ ਗੱਲ ਹੀ ਕੀਤੀ ਸੀ ਨਾ। ਫੈਡਰਲ ਸਟਰਕਚਰ ਹੈ ਕੀ, ਜਦੋਂ ਤੱਕ ਤੁਸੀਂ ਰਾਜਾਂ ਨੂੰ ਵੱਧ ਅਧਿਕਾਰ ਨਹੀਂ ਦਿਓਗੇ ਆਪਦੀਆਂ ਪਾਲਿਸੀ ਘੜਨ ਦਾ, ਹਨਾ, ਚਾਹੇ ਉਹ ਖੇਤੀਬਾੜੀ ਹੋਵੇ, ਚਾਹੇ ਉਹਨਾਂ ਦੀ ਸਿਹਤ ਹੋਵੇ, ਚਾਹੇ ਉਹਨਾਂ ਦੀ ਐਜੂਕੇਸ਼ਨ ਹੋਵੇ, ਉਦੋਂ ਤੱਕ ਇਹੋ ਜਿਹੀਆਂ ਐਜੀਟੇਸ਼ਨਸ ਹੋਰ ਉੱਠਣਗੀਆਂ, ਲੋਕਾਂ ਦੀ ਆਵਾਜ਼ ਹੋਰ ਉੱਠੂਗੀ ਤੇ ਮਸਲਿਆਂ ਦਾ ਹੱਲ ਨਹੀਂ ਹੋਊਗਾ। ਸਾਡੀ ਗੱਲ ਹੋਈ ਆ ਕਈ ਆਗੂਆਂ ਦੇ ਨਾਲ, ਇਹ ਸਵਾਲ ਪੁੱਛਿਆ ਗਿਆ ਕਿ ਜੇ ਸਟੇਟਾਂ ਤੇ ਛੱਡ ਦੋ ਤਾਂ ਉਹ ਕਹਿੰਦੇ ਕਿ ਜਿੱਥੇ BJP ਦੀਆਂ ਸਰਕਾਰਾਂ ਨੇ ਉੱਥੇ ਲਾਗੂ ਹੋ ਜਾਊਗਾ। ਫਿਰ ਬਾਈ ਜੀ ਐਂ ਇਹ ਆ, ਹੁਣ ਉੱਥੇ ਫਿਰ ਲੋਕ ਤਾਂ ਬੈਠੇ ਆ ਨਾ। BJP ਦੀਆਂ ਸਰਕਾਰ ਆ ਜਿਹੜੀ, ਉਹ ਸਰਕਾਰ ਲੋਕਾਂ ਨੇ ਹੀ ਬਣਾਈ ਆ ਤੇ ਪਾਲਿਸੀ ਘੜੀ ਲੋਕਾਂ ਖਾਤਰ ਜਾਂਦੀ ਆ। ਜੇ ਅੱਜ ਪੰਜਾਬ ਦੀ ਅਗਵਾਈ 'ਚ ਇਹ ਅੰਦੋਲਨ ਲੜਿਆ ਜਾ ਰਿਹਾ ਤਾਂ ਉੱਥੋਂ ਦੇ ਲੋਕ, ਅਸੀਂ ਉਹਨਾਂ ਨਾਲ ਵੀ ਖੜਨ ਨੂੰ ਤਿਆਰ ਆ। ਉੱਥੋਂ ਦੇ ਲੋਕ ਇਹ ਗੱਲ ਉੱਥੋਂ ਦੀ ਸਰਕਾਰ ਨੂੰ ਸਮਝਾ ਦੇਣ ਵੀ ਇਹ ਕਾਨੂੰਨ ਇੱਥੇ ਲਾਗੂ ਨਹੀਂ ਹੋਣਾ ਚਾਹੀਦਾ। ਪੰਜਾਬ ਨੇ ਤਾਂ ਆਲਰੇਡੀ 3 ਮਤੇ ਪਾਤੇ ਵਿਧਾਨ ਸਭਾ 'ਚ ਸਰਕਾਰ ਨੇ, ਤੇ ਇਹਨਾਂ ਕਾਨੂੰਨ ਨੂੰ ਉਹ ਨੇਗੇਟ ਕਰਦੇ ਆ ਮਤੇ, ਉਹਨੂੰ ਅਪਰੂਵ ਕਰ ਦੇਣ। ਅਸੀਂ ਬਾਕੀ ਰਾਜਾਂ ਨਾਲ ਵੀ ਖੜਨ ਨੂੰ ਤਿਆਰ ਆ। ਗੱਲ ਇਹ ਆ ਨਾ, ਫਿਰ ਜਿਹੜੀ ਫੈਡਰਲ ਸਟਰਕਚਰ ਦੀ ਆਪਾਂ ਗੱਲ ਕਰਦੇ ਆ ਨਾ, ਉਹ ਢੁਕਵੀਂ ਉਤਰਦੀ ਆ ਪੂਰੀ, ਹਨਾ। ਗੱਲ ਹੱਲ ਉੱਥੇ ਹੀ ਪਿਆ। ਸਰਕਾਰ ਸਟੇਟ ਨਾਲ ਤਾਂ ਲੜਿਆ ਵੀ ਜਾ ਸਕਦਾ, ਸੌਖਾ ਹੈ। ਉੱਥੇ ਤੁਹਾਡੇ MLA ਨੇ, ਉਹਨਾਂ ਨੂੰ ਘੇਰਿਆ ਜਾ ਸਕਦਾ ਹੈ, ਸਰਕਾਰ ਦੇ ਵਿੱਚ ਪ੍ਰੈਸ਼ਰ ਕ੍ਰੀਏਟ ਕੀਤਾ ਜਾ ਸਕਦਾ ਹੈ। ਜਾਂ ਹੁਣ ਜਿਵੇਂ ਹੋਇਆ CM ਖੱਟੜ ਦੀ ਰੈਲੀ ਦਾ ਵਿਰੋਧ ਹੋ ਗਿਆ, ਹੈਲੀਪੈਡ ਤੱਕ ਪੱਟ ਤੇ, ਇੰਨਾ ਸੌਖਾ ਵੀ ਨਹੀਂ ਹੋਊਗਾ ਕਿ ਸਟੇਟਾਂ ਨੂੰ ਜੇ BJP ਦੀ ਸਰਕਾਰ ਹੈ ਤਾਂ ਉੱਥੇ ਲਾਗੂ ਹੋ ਜਾਊ। ਨਹੀਂ ਲਾਗੂ ਬਾਈ, ਹੁਣ ਲੋਕ ਜਿੱਥੋਂ ਤੱਕ ਉਹਨਾਂ ਦੀ ਪੋਲੀਟੀਕਲ ਅਵੇਅਰਨੈਸ ਆ ਗਈ ਆ ਨਾ, ਆ ਪਿਛਲੇ ਮਹੀਨੇ 1.5 ਮਹੀਨੇ 'ਚ ਉਹ ਇੱਥੋਂ ਇੱਥੇ ਆ ਗਈ ਆ। ਨਾਲ ਸੁਣਦੇ ਨੇ, ਹੋ ਸਕਦਾ ਪਹਿਲਾਂ ਕਿਤੇ ਧਿਆਨ ਨਾ ਹੁੰਦਾ ਹੋਵੇ, ਹੁਣ ਹਰ ਗੱਲ ਸੁਣੀ ਜਾਂਦੀ ਹੈ, ਸੁਣੀ ਵੀ ਜਾਂਦੀ ਹੈ, ਰਿਸੀਵ ਵੀ ਕੀਤੀ ਜਾਂਦੀ ਆ ਉਹ, ਤੇ ਸਮਝੀ ਜਾਂਦੀ ਆ। ਹੁਣ ਇਸ ਗੱਲ ਨੂੰ ਜੇ ਆਪਾਂ ਦੇਖੀਏ ਤਾਂ ਇਸ ਲਈ ਲੋਕਾਂ ਦੇ ਹਿੱਤ 'ਚ ਪਾਲਿਸੀ ਚੱਲਿਆ ਕਰੂਗੀ। ਲੋਕਾਂ ਦੇ ਹਿੱਤ 'ਚ ਜੇ ਕੋਈ ਪਾਲਿਸੀ ਨਹੀਂ ਹੋਈ, ਉਹਨੇ ਨਹੀਂ ਚੱਲਣਾ। ਇੱਕ ਜਿਹੜਾ ਸਾਹਮਣੇ ਆਈਆਂ ਤਸਵੀਰਾਂ ਕਿ ਟਰੈਕਟਰ ਤੇ ਜੰਗਲੇ ਲਵਾ ਲਏ, ਥੋੜਾ ਮਤਲਬ ਅਪਗ੍ਰੇਡ ਕਰਵਾਏ ਜਾ ਰਹੇ ਨੇ ਟਰੈਕਟਰ, ਜੇ ਲੋੜ ਪਈ ਬੈਰੀਕੇਡ ਖਿੱਚਣ ਦੀ ਜਾਂ ਆਪਣੀ ਪ੍ਰੋਟੈਕਸ਼ਨ ਲਈ ਸਾਹਮਣੇ ਲਾਠੀ ਚਾਰਜ ਹੁੰਦਾ, ਕੋਈ ਵਾਟਰ ਕੈਨਨ ਦਾ ਇਸਤੇਮਾਲ ਹੁੰਦਾ ਉਹਨੂੰ ਰੋਕਣ ਲਈ, ਕੋਈ ਅਥਰੂ ਗੈਸ। ਇਹ ਕਿੱਥੇ ਤੱਕ ਤੁਹਾਨੂੰ ਲੱਗਦਾ ਵੀ ਸਹੀ ਹੈ, ਜਾਇਜ਼ ਹੈ, ਕੀ ਹੈਗਾ? ਬਾਈ ਜਮਾਂ ਸਹੀ ਆ। ਕਿਉਂ ਨਹੀਂ ਸਹੀ? ਸਾਡੀਆਂ ਤਾਂ ਯਾਰ ਸਾਡੇ ਜਜ਼ਬਾਤਾਂ ਦੀ ਕਦਰ ਨਹੀਂ, ਸਾਡੇ ਹੱਕਾਂ ਦੀ ਕਦਰ ਨਹੀਂ, ਸਾਡੀ ਤਰਜ਼ਾਏ ਜ਼ਿੰਦਗੀ ਦੀ ਕਦਰ ਨਹੀਂ, ਸਾਡੀ ਸੱਭਿਅਤਾ ਦੀ ਕਦਰ ਨਹੀਂ, ਸਾਡੇ ਇਤਿਹਾਸ ਦੀ ਕਦਰ ਨਹੀਂ, ਸਾਡੀ ਐਜੂਕੇਸ਼ਨ ਦੀ ਕਦਰ ਨਹੀਂ, ਹਨਾ, ਸਾਡੇ ਫਲਸਫਿਆਂ ਦੀ ਕਦਰ ਨਹੀਂ।
ਫਿਰ ਕਿੱਥੇ ਜਾਈਏ ਅਸੀਂ, ਕੀ ਕਰੀਏ? ਇਹ ਤਾਂ ਜੰਗ 'ਚ ਹੁੰਦਾ ਸੀ, ਕੋਈ ਜੰਗ ਥੋੜੋ ਲੜਨੀ ਹੈ। ਜੰਗ ਟਰੈਕਟਰਾਂ ਨਾਲ ਜੰਗ ਲੜੀ ਜਾਂਦੀ ਆ। ਜੇ ਅੱਜ ਜੰਗ ਤਾਂ ਇਹ ਕੀ ਕਰੀ ਬੈਠੇ ਆ ਤੁਸੀਂ, ਆ ਜਿੱਥੇ ਬਾਰਡਰ ਰੋਕੀ ਖੜੇ ਆ ਉੱਥੇ ਜਾ ਕੇ ਤਾਂ ਦੇਖੋ, ਜਿਹੜੀਆਂ ਤਾਰਾਂ ਆਈਆਂ ਤੇ ਕੰਟੇਨਰ ਰੱਖੀ ਬੈਠੇ ਆ, ਜੰਗ ਤਾਂ ਇਹ ਬਣਾਈ ਜਾਂਦੇ ਆ। ਇਹ ਤਾਂ ਹੁਣ ਤੁਸੀਂ ਦੇਖ ਲਿਓ 26 ਨੂੰ ਕਿੰਨੀ ਫੋਰਸ ਬੁਲਾਉਣੀ ਆ ਇਹਨਾਂ ਨੇ, ਪੈਰਾਮਿਲਟਰੀ ਫੋਰਸਸ ਬੁਲਾਉਣਗੇ। ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਜਿਹੋ ਜਿਹੇ ਇਹ ਹਾਲਾਤ ਪੈਦਾ ਕਰ ਰਹੇ ਆ। ਜੰਗ ਅਸੀਂ ਨਹੀਂ, ਸਾਡੇ ਤਾਂ ਬੰਦੇ ਕਰਨ ਕੀ, ਕਿਸੇ ਪਾਸੇ ਜਾਣ ਜੋਗੇ ਹੀ ਨਹੀਂ। ਸਾਡੇ ਕੋਲ ਸਾਡੀ ਸਿੱਖਿਆ ਸਾਡੇ ਕੋਲੇ ਨਹੀਂ, ਸਾਡੇ ਕੋਲੇ ਇਤਿਹਾਸ ਸਾਡੇ ਕੋਲੇ ਨਹੀਂ, ਸਾਡੇ ਕੋਲੇ ਸਾਡਾ ਸਮਾਜਿਕ ਜਿਹੜਾ ਕੋਈ ਤਾਣਾ ਬਾਣਾ ਉਹ ਸਾਡੇ ਕੋਲੇ ਨਹੀਂ, ਸਾਡੇ ਕੋਲੇ ਆਪਦਾ ਕਲਚਰਲ ਵੈਲਿਊਜ਼ ਸਾਡੇ ਕੋਲੇ ਨਹੀਂ। ਤੁਸੀਂ ਹਰ ਪਾਸੇ ਤੁਹਾਡੀ ਇੰਟਰਫੇਰੈਂਸ ਆ। ਹੁਣ ਤੁਸੀਂ ਖੇਤੀ 'ਚ ਆ ਗਏ, ਫਿਰ ਬਚਿਆ ਕੀ ਆ ਸਾਡੇ? ਹੋਰ ਗੱਲ ਜਿਹੜੀ ਸਾਹਮਣੇ ਆਈ ਹੈ ਕਿ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਜਿਹੜਾ ਅੰਬਾਨੀ ਅਡਾਨੀ ਹੈ ਉਹ ਪਾਕਿਸਤਾਨ ਵਾਲਾ ਰਾਹ ਖੋਲ ਕੇ ਅਗਲਾ ਸਰਕਾਰ ਜਦੋਂ ਉਹਨਾਂ ਦੇ ਰਾਹੀਂ ਚਲੇਗੀ ਖੇਤੀ, ਉਹ ਵੀ ਖੋਲਣ ਜਾਣਗੇ, ਉਦੋਂ ਵਪਾਰ ਸ਼ੁਰੂ ਕਰਨਗੇ ਜਿਹੜਾ ਈਰਾਨ ਤੱਕ ਦੇ ਆਪਾਂ UAE ਤੱਕ ਨਾਲ ਸਮਝੌਤੇ ਦੀ ਗੱਲ ਸਾਹਮਣੇ ਆ ਰਹੀ ਹੈ ਹੁਣ। ਨਹੀਂ ਗੱਲ ਇਹ ਕੀ ਹੋਈ? ਇਹ ਤਾਂ ਕੋਈ, ਇਹ ਜਿਹੜੇ ਸਾਨੂੰ ਪਹਿਲਾਂ ਵੀ ਬੜੇ ਜਿਹੜੇ ਕੂਣੀ ਤੇ ਸਾਡੇ ਗੁੜ ਲਾਏ ਗਏ ਆ, ਉਹ ਕਦੇ ਨਹੀਂ ਚੱਟਿਆ ਜਾਂਦਾ ਹੁੰਦਾ ਕੂਣੀ ਤੇ ਲਾਇਆ ਗੁੜ, ਹਨਾ? ਇਹ ਤਾਂ ਸਾਨੂੰ ਤੁਸੀਂ ਜਿਹੜੀਆਂ ਆਪਦੀਆਂ ਪਾਲਿਸੀਜ਼ ਆ ਨਾ ਭਵਿੱਖ ਦੀਆਂ ਵੀ, ਉਹ ਪਲੈਨਿੰਗ ਕਮਿਸ਼ਨ ਨੂੰ ਕਹੋ ਬੈਠਣ ਸਾਡੇ ਨਾਲ, ਦੇਣ ਸਾਨੂੰ। ਅਸੀਂ ਤਾਂ ਕਦੋਂ ਦੇ ਕਹੀ ਜਾਂਦੇ ਆ ਵੀ ਸਾਡਾ ਤਾਂ ਵਪਾਰ ਦਾ ਵਹਿਣ ਹੀ ਉਧਰ ਨੂੰ ਹੁੰਦਾ ਸੀ। ਆਪਣੇ ਲਈ ਨਹੀਂ ਕਰ ਰਹੇ, ਜਦੋਂ ਉਹ ਖੇਤੀ ਉਹਨਾਂ ਤੱਕ ਪਹੁੰਚਾਉਣ ਨੂੰ ਤਾਂ ਉਹ ਕਰਨਾ ਚਾਹੁੰਦੇ ਨੇ ਅਸਲ ਦੇ ਵਿੱਚ, ਅੰਬਾਨੀਆਂ ਅਡਾਨੀਆਂ ਦੇ ਕਰਨਾ ਚਾਹੁੰਦੇ। ਫਿਰ ਗੱਲ ਵੀ ਇੱਕ ਗੱਲ ਮੈਂ ਤੁਹਾਨੂੰ ਦੱਸਦਾ, ਇਹਦੇ ਲਈ ਮਾੜਾ ਜਿਹਾ ਇਹ ਗੱਲ ਸਮਝਣ ਦੀ ਜ਼ਰੂਰਤ ਆ। ਜਦੋਂ ਵੈਲਥ ਹੈ ਨਾ ਜਿਹੜੀ, ਉਹ ਵੈਲਥ ਜਾਂ ਕੋਈ ਕਿਸੇ ਵੀ ਤਰ੍ਹਾਂ ਦੀ ਇਕਨੋਮੀ ਨੂੰ ਆਪਾਂ ਜਦੋਂ ਅਪਗ੍ਰੇਡ ਕਰਨਾ ਹੋਵੇ, ਲੋਕਾਂ 'ਚ ਪੈਸਾ ਹੋਣਾ ਜ਼ਰੂਰੀ ਆ। ਕਿਸਾਨਾਂ ਕੋਲੇ ਪੈਸਾ ਜਾਣਾ ਜ਼ਰੂਰੀ ਆ। ਅੱਜ ਤੱਕ ਉਹ ਗਿਆ ਨਹੀਂ। ਜੇ ਕਿਸਾਨਾਂ ਕੋਲੇ ਪੈਸਾ ਜਾਂਦਾ ਤਾਂ ਵੈਲਥ ਨੇ ਜਨਰੇਟ ਹੋ ਕੇ ਵੰਡੀ ਜਾਣੀ ਸੀ, ਕਿਉਂਕਿ ਕਿਸਾਨ ਜੇ ਉਹਦੇ ਕੋਲੇ ਪੈਸਾ ਜਾਊਗਾ, ਹਾਂ ਕੰਜ਼ਿਊਮਰ ਇਕਨੋਮੀ ਬਣਦੀ ਹੈ। ਪਰ ਇਹ ਕੀ ਕਰ ਰਹੇ ਹੈ? ਸਾਜ਼ਿਸ਼ਾਂ ਅਧੀਨ ਵੈਲਥ ਨੂੰ ਅਕਿਊਮੂਲੇਟ ਕਰ ਰਹੇ ਆ ਕੁਛ ਹੀ ਹੱਥਾਂ 'ਚ, ਕੁਛ ਹੀ ਬੰਦਿਆਂ 'ਚ ਵੈਲਥ ਵੰਡੀ ਗਈ ਆ। 70-72% 1% ਕੋਲ ਚਲੀ ਗਈ। ਐਬਸੋਲੂਟਲੀ। ਸੋ ਉਹ ਵੈਲਥ ਨੂੰ ਜਦੋਂ ਕੁਛ ਹੱਥਾਂ 'ਚ ਤੁਸੀਂ ਅਕਿਊਮੂਲੇਟ ਕਰਦੇ ਹੋ ਨਾ, ਤਾਂ ਫਿਰ ਅਰਾਜਕਤਾ ਤਾਂ ਆਉਣੀ ਆ। ਉਹ ਤਾਂ ਨੈਚੁਰਲ ਆ। ਫਿਰ ਉਹ ਬਗਾਵਤ ਹੁੰਦੀ ਆ, ਵਿਦਰੋਹ ਹੁੰਦੇ ਨੇ। ਇੱਕ ਸਵਾਲ ਹੈ ਲਾਸਟ, 26 ਜਨਵਰੀ ਨੂੰ ਦੀਪ ਸਿੱਧੂ ਟਰੈਕਟਰ ਚਲਾ ਕੇ ਜਾਊਗਾ ਫਿਰ ਦਿੱਲੀ। ਦੇਖੋ 26 ਜਨਵਰੀ ਨੂੰ ਸਾਡੇ ਆਗੂ ਜੋ ਪ੍ਰੋਗਰਾਮ ਦੇਣਗੇ, ਹੁਣ ਵੱਖਰੀ ਗੱਲ ਨਹੀਂ ਮੈਂ ਕਰ ਰਿਹਾ, ਉਹਨਾਂ ਦੀ ਅਗਵਾਈ 'ਚ ਬਿਲਕੁਲ ਉਹ ਪ੍ਰੋਗਰਾਮ ਤੇ ਖਰੇ ਉਤਰਾਂਗੇ, ਪਰ ਉਹ ਪ੍ਰੋਗਰਾਮ ਬਸ਼ਰਤੇ ਉਹ ਅਸਰਦਾਰ ਹੋਵੇ। ਕਿਤੇ ਟਰੈਕਟਰ ਭਜਾ ਕੇ ਇੱਕ ਖੁੰਝੇ ਤੋਂ ਦੂਜੇ ਖੁੰਝੇ ਤੇ ਸਾਨੂੰ ਕਹੋ ਵੀ ਲੈ ਜਾਓ ਤੇ ਤੇਲ ਆਪਦਾ ਬਾਲ ਲਓ ਤੇ ਮੁੜ ਕੇ ਚਲੋ ਬਈ ਪੰਜਾਬ ਨੂੰ ਹੋ ਜਾਓ। ਠੀਕ ਹੈ, ਲਾਲ ਕਿਲੇ ਵੱਲ, ਪਾਰਲੀਮੈਂਟ ਵੱਲ ਇਦਾਂ ਦਾ ਕੁਝ ਚਾਹੁੰਦੇ? ਦੇਖੋ ਗੱਲ ਇਹ ਆ ਵੀ ਮੈਂ ਜਿਵੇਂ ਕਿਹਾ, ਰਾਹ ਵੀ ਹੈਗੇ, ਪ੍ਰੋਗਰਾਮ ਵੀ ਹੈਗੇ, ਅਸਰ ਵੀ ਹੋਊਗਾ ਤੇ ਅਸਰਦਾਰ ਪ੍ਰੋਗਰਾਮ ਹੋਵੇ। ਅਦਰਵਾਈਜ਼ ਮੈਂ ਇਕੱਲਾ ਨਹੀਂ, ਫਿਰ ਤੁਸੀਂ ਲੋਕਾਂ ਦਾ ਹਾਵ ਭਾਵ ਦੇਖਿਓ ਤੇ ਫਿਰ ਉਹਨਾਂ ਨੇ ਜੋ ਆਪਦੇ ਜਜ਼ਬਾਤਾਂ ਦੀ ਤਰਜਮਾਨੀ ਉਹ ਵੱਖਰੇ ਰੂਪ ਚ ਕਰਨੀ ਹੈ। ਦੀਪ ਸਿੱਧੂ ਸਾਹਿਬ 26 ਤੋਂ ਬਾਅਦ ਤੁਸੀਂ ਕਹੋਗੇ ਕਿ ਇਹ ਪ੍ਰੋਗਰਾਮ ਸਹੀ ਸੀ, ਗਲਤ ਸੀ, ਤਾਂ ਤੁਹਾਨੂੰ ਚਾਹੀਦਾ ਕਿ ਅੱਜ ਜਿਹੜੇ ਤੁਹਾਡੇ ਮਨ ਚ ਬਲਬਲੇ ਨੇ ਉਹ ਸਾਡੇ ਥਰੂ ਕਰੋ। ਆਪਾਂ ਹਜੇ ਨਾ ਪਬਲਿਕਲੀ ਨਾ ਗੱਲ ਕਰੀਏ, ਹਜੇ ਵੀ ਕੋਸ਼ਿਸ਼ ਇਹ ਆ ਵੀ ਕਿਤੇ ਨਾ ਕਿਤੇ ਸਾਂਝੇ ਰੂਪ ਚ ਕੋਈ ਪ੍ਰੋਗਰਾਮ ਉਲੀਕਿਆ ਜਾਵੇ, ਤੇ ਹਜੇ ਵੀ ਆਸ ਹੈਗੀ ਵੀ ਉਲੀਕਿਆ ਜਾਵੇ, ਹਨਾ? ਹਜੇ ਟਾਈਮ ਹੈਗਾ। ਸੋ ਇਸ ਕਰਕੇ ਆਪਾਂ ਪਬਲਿਕਲੀ ਇਹਨਾਂ ਗੱਲਾਂ ਨੂੰ ਉਦੋਂ ਉਹ ਉੱਥੋਂ ਜਿਵੇਂ ਲੀਡਰਸ਼ਿਪ ਕਰ ਰਹੀ ਹੈ ਅੱਜ ਤਾਈਂ ਉਵੇਂ ਹੀ ਕੀਤਾ ਜਾਵੇ। ਮੇਰੀ ਹਜੇ ਇਹੀ ਇਹਦੇ ਚ ਯਤਨ। ਚਲੋ ਇਹ ਉਮੀਦ ਹੈ ਕਿ ਜਿਹੜੀ ਉਹਨਾਂ ਦੀ ਵੀ 17 ਨੂੰ ਮੀਟਿੰਗ ਹੋ ਰਹੀ ਹੈ, ਕੱਲ ਨੂੰ ਪੰਜਾਬ ਵਾਲਿਆਂ ਦੀ ਆਪਸ ਚ ਮੀਟਿੰਗ ਹੈ, 17 ਨੂੰ ਸੰਯੁਕਤ ਮੋਰਚੇ ਦੀ ਮੀਟਿੰਗ ਹੈ, ਤਾਂ ਤੁਹਾਡਾ ਸੁਝਾਅ ਉਹਨਾਂ ਤੱਕ ਜ਼ਰੂਰ ਪਹੁੰਚਣਾ ਚਾਹੀਦਾ ਕਿ ਮੀਟਿੰਗ ਚ ਡਿਸਕਸ ਹੋ ਜਾਵੇ। ਬਿਲਕੁਲ ਜੀ, ਇਹੀ ਕੋਸ਼ਿਸ਼ ਹੈ ਜੀ। ਬਹੁਤ ਧੰਨਵਾਦ ਦੀਪ ਸਿੱਧੂ ਜੀ ਸਮਾਂ ਦੇਣ ਦੇ ਲਈ। ਸੋ ਤੁਹਾਡੇ ਸਾਹਮਣੇ ਹੈ ਕਿ ਕਿਵੇਂ ਜਿਹੜੇ ਯੁਆਪਾ ਲਾਏ ਜਾ ਰਹੇ ਨੇ, ਕਿਵੇਂ NIA ਦੇ ਨੋਟਿਸ ਆ ਰਹੇ ਨੇ, ਤਾਂ ਹੁਣ ਬੇਹੱਦ ਇਕਜੁੱਟਤਾ ਦੀ ਜ਼ਰੂਰਤ ਹੈਗੀ ਹੈ, ਕਿਉਂਕਿ ਸਰਕਾਰ 26 ਜਨਵਰੀ ਤੋਂ ਪਹਿਲਾਂ ਕਿਵੇਂ ਨਾ ਕਿਵੇਂ ਇਸ ਅੰਦੋਲਨ ਨੂੰ ਤਾਰਪੀਡੋ ਕਰਕੇ ਦਬਾਅ ਦੇ ਹੇਠ ਲਿਆਉਣਾ ਚਾਹੁੰਦੀ ਹੈ, ਪਰ ਅਜਿਹਾ ਨਹੀਂ ਹੈ। ਦੇਖਣਾ ਹੋਏਗਾ ਅੱਗੇ ਜਥੇਬੰਦੀਆਂ ਕੀ ਪ੍ਰੋਗਰਾਮ ਦਿੰਦੀਆਂ ਨੇ ਜਾਂ ਲੀਗਲੀ ਕੀ ਸਪੋਰਟ, ਜਿਵੇਂ ਦੀਪ ਸਿੱਧੂ ਹੋਰਾਂ ਨੇ ਕਿਹਾ ਕਿ ਪੂਰੀ ਬਾਰ ਕੌਂਸਲ ਨਾਲ ਖੜੀ ਹੈ। ਜੇ ਕਿਸੇ ਨੂੰ NIA ਦਾ ਨੋਟਿਸ ਆਉਂਦਾ ਹੈ ਤਾਂ ਵੱਡੇ ਪੱਧਰ ਤੇ ਸਰਕਾਰ ਜਿਹੜੀ ਆ ਉਹ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਪਰ ਸਫਲ ਨਹੀਂ ਹੋਣ